ਹੈਲੋ एवरीवन ਅੱਜ ਅਸੀਂ ਹੈਲਥ ਅਵੇਅਰਨੈਸ ਦਾ ਲੈਕਚਰ ਸੈਕੰਡ ਦੇਖਾਂਗੇ। ਇਸ ਵਿੱਚ ਆਪਣਾ ਟੌਪਿਕ ਹੀ ਅੱਜ ਰਹੇਗਾ ਫੂਡ ਐਂਡ ਨਿਊਟ੍ਰੀਸ਼ਨ। ਠੀਕ ਹੈ ਫਰੈਂਡਸ, ਤਾਂ ਉਸ ਵਿੱਚ ਸਭ ਤੋਂ ਪਹਿਲੇ ਆਪਾਂ ਅੱਜ ਕੀ ਦੇਖਣਾ ਹੈ, ਡੈਸ਼ ਮਤਲਬ ਕੀ ਡੈਸ਼ ਦਾ ਕੀ ਫੁੱਲ ਫਾਰਮ ਹੋਇਆ, ਡਾਈਟਰੀ ਅਪਰੋਚਿਸ ਟੂ ਸਟਾਪ ਦੀ ਹਾਈਪਰਟੈਂਸ਼ਨ। ਠੀਕ ਹੈ ਫਰੈਂਡਸ, ਤਾਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਡੈਸ਼ ਨੂੰ ਆਪਾਂ ਕਿਸ ਤਰੀਕੇ ਨਾਲ ਜਾਣਿਆ ਜਾ ਸਕਦਾ ਹੈ, ਡਾਈਟਰੀ ਅਪਰੋਚਿਸ ਟੂ ਸਟਾਪ ਦੀ ਹਾਈਪਰਟੈਂਸ਼ਨ। ਇਹ ਕਹਿਣਾ ਕੀ ਚਾਹ ਰਹੇ ਨੇ, ਡੈਸ਼ ਕੀ ਹੈ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਹਿੰਦੇ ਮੇਨਟੇਨਿੰਗ ਅ ਹੈਲਥੀ ਡਾਈਟ ਇਜ਼ ਅ ਕਰੂਸ਼ੀਅਲ ਫॉर ਲੋਵਰਿੰਗ ਦੀ ਲੈਵਲ ਆਫ ਬਲੱਡ ਪ੍ਰੈਸ਼ਰ। ਗੱਲ ਕਿੱਦੀ ਹੋ ਰਹੀ ਹੈ, ਬਲੱਡ ਪ੍ਰੈਸ਼ਰ ਦੀ ਹੋ ਰਹੀ ਹੈ। ਤਾਂ ਜੇ ਆਪਣੇ ਬਲੱਡ ਪ੍ਰੈਸ਼ਰ ਨੂੰ ਦੇ ਲੈਵਲ ਨੂੰ ਸਹੀ ਰੱਖਣਾ ਆਪਾਂ ਨੇ ਤਾਂ ਉਸ ਲਈ ਹੈਲਥੀ ਡਾਈਟ ਬਹੁਤ ਜ਼ਰੂਰੀ ਹੈ। ਦੈਨ ਤਾਂ ਇਹ ਕਹਿੰਦੇ ਯੂਅਰ ਫੂਡ ਅਫੈਕਟ ਦੀ ਪੋਸੀਬਿਲਿਟੀ ਆਫ ਸਫਰਿੰਗ ਹਾਈ ਬਲੱਡ ਪ੍ਰੈਸ਼ਰ। ਉਸਦਾ ਕੀ ਮਤਲਬ ਹੋ ਗਿਆ, ਹਾਈਪਰ ਟੈਂਸ਼ਨ। ਤਾਂ ਉਹੀ ਉਰੇ ਗੱਲ ਨਿਕਲ ਕੇ ਸਾਹਮਣੇ ਆਈ ਕਿ ਐਸੀ ਅਪਰੋਚਿਸ ਅਪਣਾਉਣਾ ਜਿਹਦੇ ਨਾਲ ਆਪਾਂ ਹਾਈਪਰ ਟੈਂਸ਼ਨ ਨੂੰ ਸਟੋਪ ਕਰ ਸਕੀਏ। ਠੀਕ ਹੈ ਫਰੈਂਡਸ, ਕਹਿੰਦੇ ਸਾਡਾ ਜਿਹੜਾ ਖਾਣ ਦਾ ਰਵੱਈਆ ਮਤਲਬ ਕਿ ਖਾਣ ਦਾ ਜਿਹੜਾ ਸਿਸਟਮ ਹੈ ਉਹ ਇਸ ਤਰੀਕੇ ਨਾਲ ਹੈ ਕਿ ਜਿਸ ਦੇ ਕਰਕੇ ਬਲੱਡ ਪ੍ਰੈਸ਼ਰ ਵਧਦਾ ਹੀ ਜਾ ਰਿਹਾ ਹੈ। ਠੀਕ ਹੈ, ਇਸ ਵਿੱਚ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੀ ਜਾ ਰਿਹਾ ਹੈ। ਠੀਕ ਹੈ ਫਰੈਂਡਸ, ਐਂਡ ਸਿੰਸ ਫੋਲੋਇੰਗ ਅ ਹੈਲਥੀ ਐਂਡ ਬੈਲੈਂਸ ਡਾਈਟ ਕਰਵਸ ਦੀ ਰਿਸਕ ਆਫ ਦੀ ਲੋ ਔਰ ਹਾਈ ਬਲੱਡ ਪ੍ਰੈਸ਼ਰ। ਜੇ ਆਪਾਂ ਹੈਲਥੀ ਡਾਈਟ ਲਵਾਂਗੇ ਜਿਹਦੇ ਨਾਲ ਆਪਾਂ ਬੈਲੈਂਸ ਕਰ ਸਕਦੇ ਹਾਂ, ਠੀਕ ਹੈ, ਆਪਣੇ ਬਲੱਡ ਪ੍ਰੈਸ਼ਰ ਨੂੰ। ਕਹਿੰਦੇ ਇਟ ਇਜ਼ ਅ ਹਾਈਲੀ ਰਿਕਮੈਂਡਡ ਟੂ ਅਡੋਪਟ ਅ ਹਾਰਟ ਫਰੈਂਡਲੀ ਡਾਈਟ। ਠੀਕ ਹੈ ਫਰੈਂਡਸ, ਜੇ ਮਤਲਬ ਕਿ ਐਸੀ ਡਾਈਟ ਹੋਣੀ ਚਾਹੀਦੀ ਹੈ ਜੋ ਹਾਰਟ ਫਰੈਂਡਲੀ ਹੋਵੇ। ਠੀਕ ਹੈ, ਜਿਸ ਦਾ ਗਲਤ ਪ੍ਰਭਾਵ ਹਾਰਟ ਉੱਪਰ ਨਹੀਂ ਪੈਣਾ ਚਾਹੀਦਾ। such as the diet helps control the blood pressure, mitigate the risk of the heart attacks, strokes and other health complications. The blood pressure can be lowered by eating the low fat, low cholesterol foods, skimmed or low fat dairy products, eating more vegetable and fruits. So DASH stands for dietary approaches to stop the hypertension. ਹੁਣ ਤੁਹਾਨੂੰ ਉਰੇ ਤੱਕ ਕੀ ਸਮਝ ਆਇਆ, ਡੈਸ਼ ਦਾ ਕੀ ਮਤਲਬ ਹੋਇਆ ਕਿ ਆਪਾਂ ਐਸੀ ਅਪਰੋਚਿਸ ਅਪਣਾਉਣੇ ਨੇ ਜਿਸ ਨਾਲ ਆਪਾਂ ਹਾਈਪਰਟੈਂਸ਼ਨ ਨੂੰ ਸਟੋਪ ਕਰ ਸਕੀਏ। ਹਾਈਪਰਟੈਂਸ਼ਨ ਦਾ ਕੀ ਮਤਲਬ ਹੋਇਆ, ਹਾਈ ਬਲੱਡ ਪ੍ਰੈਸ਼ਰ ਨੂੰ। ਠੀਕ ਹੈ, ਹਾਈ ਬਲੱਡ ਪ੍ਰੈਸ਼ਰ ਨੂੰ ਜੇ ਆਪਾਂ ਸਟੋਪ ਕਰਨਾ ਹੋਵੇ ਕੀ ਕਰਨਾ ਪਏਗਾ, ਹਾਰਟ ਫਰੈਂਡਲੀ ਡਾਈਟਸ ਲੈਣੀਆਂ ਪੈਣਗੀਆਂ। ਤਾਂ ਹਾਰਟ ਫਰੈਂਡਲੀ ਡਾਈਟਸ 'ਚ ਸਾਨੂੰ ਕੀ ਦੇਖਣਾ ਚਾਹੀਦਾ ਹੈ, ਲੋ ਫੈਟ ਵਾਲੀ ਚੀਜ਼ਾਂ ਖਾਣੀ ਚਾਹੀਦੀਆਂ, ਲੋ ਕੋਲੇਸਟਰੋਲ ਫੂਡਸ ਖਾਣੇ ਚਾਹੀਦੇ ਹੈ, ਦੈਨ ਲੋ ਫੈਟ ਡਾਇਰੀ ਪ੍ਰੋਡਕਟਸ ਲੈਣੇ ਚਾਹੀਦੇ ਹੈ, ਜ਼ਿਆਦਾ ਤੋਂ ਜ਼ਿਆਦਾ ਵੈਜੀਟੇਬਲਸ ਖਾਣੇ ਚਾਹੀਦੇ ਹੈ, ਫਰੂਟਸ ਖਾਣੇ ਚਾਹੀਦੇ ਹੈ। ਠੀਕ ਹੈ ਫਰੈਂਡਸ, ਹੁਣ ਉਰੇ ਤੱਕ ਤੁਹਾਨੂੰ ਸਮਝ ਆ ਗਿਆ ਨਾ, ਡੈਸ਼ ਦਾ ਕੰਸੈਪਟ ਵੀ ਸਮਝ ਆ ਗਿਆ, ਆਖਿਰ ਇਹ ਹੈ ਕੀ ਹੈ। ਇਸ ਨੂੰ ਹੁਣ ਥੋੜ੍ਹਾ ਆਪਾਂ ਡੈਪਥ 'ਚ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਆ ਗੁੱਡ ਡਾਈਟ ਕੀ ਹੁੰਦੀ ਹੈ, ਗੁੱਡ ਡਾਈਟ ਵਿੱਚ ਕੀ ਕੀ ਇਨਵੋਲਵ ਹੁੰਦਾ ਹੈ। ਠੀਕ ਹੈ ਫਰੈਂਡਸ, ਤਾਂ ਉਰੇ ਮੈंने ਇੱਕ ਟੇਬਲ ਬਣਾਇਆ ਹੋਇਆ ਹੈ। ਪਹਿਲੇ ਇਹ ਦੱਸਾਂਗਾ ਤੁਹਾਨੂੰ ਮੈਂ ਕਿ ਲੈਸ ਮਤਲਬ ਕਿਹੜੀ ਚੀਜ਼ਾਂ ਸਾਨੂੰ ਘੱਟ ਲੈਣੀਆਂ ਚਾਹੀਦੀਆਂ ਅਤੇ ਕਿਹੜੀ ਚੀਜ਼ਾਂ ਸਾਨੂੰ ਵੱਧ ਲੈਣੀਆਂ ਚਾਹੀਦੀਆਂ। ਠੀਕ ਹੈ ਫਰੈਂਡਸ, ਤਾਂ ਸਭ ਤੋਂ ਪਹਿਲੇ ਦੇਖੋ, ਕਹਿੰਦੇ ਸੈਚੂਰੇਟਿਡ ਐਂਡ ਟਰਾਂਸ ਫੈਟ ਸਭ ਘੱਟ ਲਵੋ, ਸੋਡੀਅਮ ਘੱਟ ਲਵੋ, ਰੈੱਡ ਮੀਟ ਘੱਟ ਲਵੋ, ਸਵੀਟਸ ਐਂਡ ਸ਼ੂਗਰ ਸਵੀਟਨ ਘੱਟ ਲਵੋ। ਠੀਕ ਹੈ, ਅਤੇ ਵੱਧ ਤੋਂ ਵੱਧ ਕੀ ਲੈਣਾ ਚਾਹੀਦਾ, ਵੈਜੀਟੇਬਲਸ ਲੈਣੇ ਚਾਹੀਦੇ ਆ, ਫਰੂਟਸ ਲੈਣੇ ਚਾਹੀਦੇ ਆ, ਹੋਲ ਗ੍ਰੇਨਸ ਲੈਣੇ ਚਾਹੀਦੀਆਂ, ਲੋ ਫੈਟ ਡਾਇਰੀ ਪ੍ਰੋਡਕਟਸ ਲੈਣੇ ਚਾਹੀਦੇ ਆ। ਠੀਕ ਹੈ, ਉਸ ਤੋਂ ਬਾਅਦ ਨਟਸ ਐਂਡ ਲੈਗੂਮਸ ਲੈਣੇ ਚਾਹੀਦੇ ਆ, ਪਲਾਂਟ ਆਇਲਸ ਲੈਣੇ ਚਾਹੀਦੇ ਆ। ਡਨ, ਇਹਦੇ ਨਾਲ ਜੇ ਆਪਾਂ ਇਹ ਚੀਜ਼ਾਂ ਲਵਾਂਗੇ ਤਾਂ ਹੀ ਆਪਾਂ ਹਾਰਟ ਫਰੈਂਡਲੀ ਡਾਈਟ ਰੱਖ ਪਾਵਾਂਗੇ। ਠੀਕ ਹੈ, ਜਿਹਦੇ ਨਾਲ ਆਪਾਂ ਆਪਣੇ ਜਿਹੜੇ ਇਸ ਮੋਟਿਵ ਨੂੰ ਕੰਪਲੀਟ ਕਰ ਪਾਵਾਂਗੇ। ਠੀਕ ਹੈ ਫਰੈਂਡਸ, ਹਾਈਪਰ ਟੈਂਸ਼ਨ ਨੂੰ ਰੋਕ ਪਾਵਾਂਗੇ। ਅੱਗੇ ਦੇਖੋ, ਕਹਿੰਦੇ ਰੀਡ ਦੀ ਇਨਫੋਰਮੇਸ਼ਨ ਲੇਬਲ ਬਿਫੋਰ ਬਾਇੰਗ ਅ ਫੂਡ ਪ੍ਰੋਡਕਟ। ਸਾਨੂੰ ਜੇ ਆਪਾਂ ਕੋਈ ਪ੍ਰੋਡਕਟ ਖਰੀਦਣ ਜਾ ਰਹੇ ਹਾਂ ਤਾਂ ਸਾਨੂੰ ਕਿਹੜੀ ਕਿਹੜੀ ਚੀਜ਼ ਦੇਖਣੀ ਚਾਹੀਦੀ ਹੈ ਨਿਊਟ੍ਰੀਸ਼ਨ ਵਿੱਚ। ਤਾਂ ਉਹ ਕਹਿਣਾ ਚਾਹ ਰਹੇ ਨੇ, ਕਹਿੰਦੇ ਸਾਨੂੰ ਹਮੇਸ਼ਾ ਐਸੇ ਫੂਡ ਅਵੋਇਡ ਕਰਨੇ ਚਾਹੀਦੇ ਨੇ ਜਿਸ ਵਿੱਚ ਹਾਈ ਫੈਟ ਟਰਾਂਸ ਫੈਟ ਹੋਵੇ। ਠੀਕ ਹੈ, ਹਾਈ ਸੈਚੂਰੇਟਿਡ ਔਰ ਟਰਾਂਸ ਫੈਟ ਹੋਵੇ। ਦੈਨ ਜਿਹਦੇ ਨਾਲ ਸਾਡਾ ਬਲੱਡ ਕੋਲੇਸਟਰੋਲ ਲੈਵਲ ਵੱਧ ਜਾਵੇ, ਤਾਂ ਐਸੀ ਚੀਜ਼ਾਂ ਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਕਹਿੰਦੇ ਐਸੇ ਫੂਡਸ ਨੂੰ ਲੈਣਾ ਚਾਹੀਦਾ ਹੈ ਜੋ ਲੋਅਰ ਲੈਵਲ ਆਫ ਸੋਡੀਅਮ ਹੋਣ। ਦੈਨ ਤਾਂ ਮੋਰ ਦੀ ਸੋਲਟ ਇਨ ਦਾ ਫੂਡ ਹੋਵੇ ਤਾਂ ਹਾਈਅਰ ਦੀ ਲੈਵਲ ਬਲੱਡ ਪ੍ਰੈਸ਼ਰ ਹੋ ਜਾਂਦਾ। ਤਾਂ ਇਹ ਚੀਜ਼ ਇਸੀ ਕਰਕੇ ਕਹੀ ਹੈ ਕਿ ਜੇ ਸੋਡੀਅਮ ਲੈਵਲ ਘੱਟ ਹੋਏਗਾ ਤਾਂ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਨਾਂ ਲੈਵਲ ਸਹੀ ਰਹੇਗਾ। ਜੇ ਆਪਾਂ ਸੋਡੀਅਮ ਦੀ ਮਾਤਰਾ ਜ਼ਿਆਦਾ ਲੈ ਲੈਂਦੇ ਹਾਂ ਤਾਂ ਸਾਡਾ ਬਲੱਡ ਪ੍ਰੈਸ਼ਰ ਵੀ ਉਸ ਤਰੀਕੇ ਨਾਲ ਵੱਧ ਜਾਏਗਾ। ਠੀਕ ਹੈ ਫਰੈਂਡਸ, ਸੋ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ। ਮਤਲਬ ਕਿ ਧਿਆਨ ਰੱਖਣ ਦਾ ਸਿਸਟਮ ਇਹ ਹੈ ਕਿ ਜੇ ਮੈਂ ਤੁਹਾਨੂੰ ਇਹ ਟੌਪਿਕ ਪੜ੍ਹਾ ਰਿਹਾ ਤਾਂ ਐਗਜ਼ਾਮ ਲਈ ਤਾਂ ਹੈ ਹੀ ਹੈ। ਦੈਨ ਕਿਉਂਕਿ ਹੈਲਥ ਅਵੇਅਰਨੈਸ ਸਭ ਕੁਝ ਆਇਆ ਜਾਂਦਾ, ਕੁਝ ਵੀ ਕਿੱਥੇ ਵੀ ਪੁੱਛਿਆ ਜਾ ਸਕਦਾ ਤੁਹਾਡੇ ਤੋਂ। ਕਿ ਮੰਨ ਲਓ ਜੇ ਕੁਐਸਚਨ ਵਿੱਚ ਇਹ ਪੁੱਛ ਲਿਆ ਕਿ ਹਾਈਪਰ ਟੈਂਸ਼ਨ ਕੀ ਹੁੰਦਾ, ਦੈਨ ਤਾਂ ਤੁਹਾਨੂੰ ਪਤਾ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਹੋ ਰਹੀ ਹੈ। ਤਾਂ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ, ਤੁਹਾਨੂੰ ਪਹਿਲੇ ਹੀ ਤੁਹਾਨੂੰ ਮੈਂ ਦੱਸਤਾ, ਉੱਪਰ ਆਪਾਂ ਪੜ੍ਹ ਕੇ ਵੀ ਆਏ ਹਾਂ ਕੀ ਕਰਨਾ ਚਾਹੀਦਾ ਆਪਾਂ ਨੂੰ। ਡਨ, ਉਸ ਤੋਂ ਇਲਾਵਾ ਅੱਗੇ ਦੇਖੋ, ਕਹਿੰਦੇ ਡੈਸ਼ ਡਾਈਟ ਦਾ ਕੀ ਮਤਲਬ ਹੋਇਆ। ਕਹਿੰਦੇ ਡੈਸ਼ ਡਾਈਟ ਇਜ਼ ਰਿਕਮੈਂਡਡ ਫॉर ਦੋਜ਼ ਵਿਲਿੰਗ ਟੂ ਅਵੋਇਡ ਔਰ ਟਰੀਟ
ਹਾਈਪਰਟੈਂਸ਼ਨ ਐਂਡ ਰਿਡਿਊਸ ਦ ਰਿਸਕ ਆਫ ਦ ਹਾਰਟ ਡਿਸੀਜ਼। ਡੈਸ਼ ਡਾਈਟ ਕੀ ਹੁੰਦੀ ਹੈ ਕਿ ਜੋ ਸਾਡੇ ਜਿਹੜਾ ਹਾਈਪਰਟੈਂਸ਼ਨ ਆ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ, ਸਟਾਪ ਕਰਨ ਦੀ ਕੋਸ਼ਿਸ਼ ਕਰਦੀ ਹੈ, ਤੇ ਹਾਰਟ ਦੀ ਡਿਸੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਕਹਿੰਦੇ ਦ ਡਾਈਟ ਵਾਸ ਪੁੱਟ ਫਾਰਵਰਡ ਬਾਈ ਰਿਸਰਚਰਸ ਹੂ ਫਾਊਂਡ ਆਊਟ ਦੀ ਹਾਈਪਰਟੈਂਸ਼ਨ ਵਾਸ ਲੈਸ ਕਾਮਨ ਇਨ ਵੈਜੀਟੇਰੀਅਨਸ। ਤਾਂ ਇਹ ਚੀਜ਼ ਕਹਿੰਦੇ ਰਿਸਰਚਸ 'ਚ ਪਾਇਆ ਗਿਆ ਹੈ ਕਿ ਜਿਹੜੀ ਹਾਈਪਰਟੈਂਸ਼ਨ ਵਰਗੀ ਬਿਮਾਰੀ ਹੈ ਤਾਂ ਉਹ ਜਿਹੜੇ ਵੈਜੀਟੇਰੀਅਨ ਲੋਕ ਹੈ ਉਹਨਾਂ ਵਿੱਚ ਘੱਟ ਦਿਖਾਈ ਦਿੰਦੀ ਹੈ। ਡਨ। ਤਾਂ ਅੱਗੇ ਆਪਾਂ ਦੇਖਦੇ ਹਾਂ ਕਿ ਡੈਸ਼ ਡਾਈਟ 'ਚ ਕੀ ਇਨਵੋਲਵ ਹੈ। ਡਨ। ਈਟਿੰਗ ਫੂਡਸ ਵਿਦ ਦੀ ਲੋ ਸੈਚੂਰੇਟਡ ਫੈਟਸ, ਕੋਲੇਸਟਰੋਲ ਲੈਵਲਸ, ਲੋ ਫੈਟ ਡਾਇਰੀ ਪ੍ਰੋਡਕਟਸ ਇਨਵੋਲਵ ਹੈ, ਜੋ ਆਪਾਂ ਉੱਪਰ ਪੜ੍ਹ ਕੇ ਹੀ ਆਏ ਹਾਂ। ਠੀਕ ਹੈ। ਈਟਿੰਗ ਹੋਲ ਗ੍ਰੇਨ ਫੂਡਸ ਇਨਵੋਲਵ ਹੈ, ਜਿਸ ਵਿੱਚ ਫਿਸ਼ ਆ ਜਾਂਦਾ, ਚਿਕਨ, ਨਟਸ ਆ ਜਾਂਦੇ ਹੈ। ਲਿਮਟਿੰਗ ਦੀ ਕੰਜ਼ੰਪਸ਼ਨ ਆਫ ਰੈੱਡ ਮੀਟ, ਸਵੀਟ ਐਂਡ ਸ਼ੂਗਰ ਸਵੀਟੈਂਡ। ਡਨ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਾਈ ਇਨਟੇਕ ਆਫ ਦੀ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਐਂਡ ਫਾਈਬਰ। ਲੋ ਇਨਟੇਕ ਆਫ ਸੋਡੀਅਮ ਬਾਈ ਲਿਮਟਿੰਗ ਦੀ ਕੰਜ਼ੰਪਸ਼ਨ ਆਫ ਸਾਲਟ। ਲੋ ਸੋਡੀਅਮ ਫੂਡ ਹੈਲਪ ਦੀ ਲੋ ਬਲੱਡ ਪ੍ਰੈਸ਼ਰ। ਡਨ। ਤਾਂ ਕਹਿੰਦੇ ਜਨਰਲ ਡੈਸ਼ ਦੇ ਆਪਾਂ ਟਿਪਸ ਦੇਖੀਏ, ਡੈਸ਼ ਡਾਈਟ ਦੇ ਟਿਪਸ ਦੇਖੀਏ ਤਾਂ ਇਸ ਵਿੱਚ ਕਿਹਾ ਗਿਆ, ਕਹਿੰਦੇ ਐਡ ਐਨ ਐਕਸਟਰਾ ਸਰਵਿੰਗ ਆਫ ਵੈਜੀਟੇਬਲਸ। ਸੋ ਜ਼ਿਆਦਾ ਤੋਂ ਜ਼ਿਆਦਾ ਵੈਜੀਟੇਬਲਸ ਲਓ, ਫਰੂਟਸ ਲਓ। ਕਿਸੇ ਕਦੋਂ ਲੰਚ ਵਿੱਚ ਲੈ ਸਕਦੇ ਹੋ, ਡਿਨਰ 'ਚ ਲੈ ਸਕਦੇ ਹੋ। ਕਹਿੰਦੇ ਇਫ ਯੂ ਹੈਵ ਅ ਪ੍ਰੋਬਲਮ digesting dairy products ਤਾਂ you may need to consider the choosing lactose free milk or leaven and then adding the lactase enzyme. Then eat the food rich in vitamin B। ਠੀਕ ਹੈ, ਐਸੇ ਫੂਡਸ ਲੈਣੇ ਚਾਹੀਦੇ ਜੋ ਵਿਟਾਮਿਨ ਬੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਨ੍ਹਾਂ 'ਚ, ਜਿਵੇਂ ਕਿ ਹੋਲ ਗ੍ਰੇਨਸ। ਡਨ। ਉਸ ਤੋਂ ਬਾਅਦ ਕਹਿੰਦੇ ਐਡ ਦੀ 2 ਸਰਵਿੰਗ ਆਫ ਫਰੂਟਸ ਔਰ ਵੈਜੀਟੇਬਲਸ ਟੂ ਈਚ ਆਫ ਯੂਅਰ ਮੀਲਸ ਹੈਜ਼ ਅ ਸਨੈਕ। ਮੇਕ ਸ਼ੋਰ ਯੂ ਹੈਵ ਦੀ 2 or more meals per week। use fruit and low fat foods as sweets and snacks। ਡਨ। ਇਹ ਸਾਡੇ ਇੱਕ ਜਨਰਲ ਟਿਪਸ ਹੈ ਜੋ ਡੈਸ਼ ਵਿੱਚ ਦੱਸੇ ਗਏ ਨੇ। ਡਨ। ਹੁਣ ਕਹਿੰਦੇ ਕੰਜ਼ਿਊਮ ਦੀ ਲੈਸ ਸਾਲਟ ਸੋਡੀਅਮ ਕਿਉਂ ਕਰਨਾ ਚਾਹੀਦਾ। ਕਹਿੰਦੇ ਮੋਸਟ ਪੀਪਲ ਕੰਜ਼ਿਊਮ ਦੀ ਮੋਰ ਸਾਲਟ ਐਂਡ ਹੈਂਸ ਸੋਡੀਅਮ ਦੈਨ ਦੇਅਰ ਬੋਡੀਜ਼ ਨੀਡ। ਜਿੰਨਾ ਬੋਡੀ ਨੂੰ ਲੋੜ ਉਸ ਨਾਲੋਂ ਜ਼ਿਆਦਾ ਲੈਂਦੇ ਨੇ ਲੋਕੀ, ਕਿਉਂਕਿ ਪਤਾ ਹੀ ਅੱਜ ਕੱਲ੍ਹ ਸਾਰੀ ਚੀਜ਼ਾਂ ਸਾਨੂੰ ਫਾਸਟ ਫੂਡ 'ਚ ਦੇਖਣ ਨੂੰ ਮਿਲਦਾ ਹੀ ਹੈ। ਟੂ ਮਚ ਸੋਲਟ ਅਫੈਕਟ ਦੀ ਹੈਲਥ ਆਫ ਸਮ ਸਪੈਸ਼ਲੀ 올ਡਰ ਪਰਸਨ। ਇਟ ਇਜ਼ ਇੰਪੋਰਟੈਂਟ ਐਜ਼ ਸਚ ਟੂ ਬੀ cautious as to the amount of salt consumed, so therefore choosing a low salt food। Done। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫॉर those suffering the hypertension ਡਾਕਟਰ may prescribe the limiting the intake of salt less than 6 ਗ੍ਰਾਮ a day। ਯਾਨੀ ਕਿ 6 ਗ੍ਰਾਮ ਤੋਂ ਘੱਟ ਹੀ ਲੈਣਾ ਚਾਹੀਦਾ ਜਿਨ੍ਹਾਂ ਨੂੰ ਹਾਈਪਰਟੈਂਸ਼ਨ ਸਫਰ ਕਰ ਰਹੇ ਨੇ। ਡਨ। ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਉਹਨਾਂ ਨੂੰ 6 ਗ੍ਰਾਮ ਤੋਂ ਘੱਟ ਹੀ ਲੈਣਾ ਚਾਹੀਦਾ। ਠੀਕ ਹੈ ਫਰੈਂਡਸ। ਕਹਿੰਦੇ ਦਿਸ ਇਨਕਲੂਡ ਆਲ ਦੀ ਸੋਲਟ ਕੰਜ਼ਿਊਮਡ ਵੈਦਰ ਇਨ ਕੁਕਡ ਫੂਡ ਔਰ ਐਟ ਦੀ ਟੇਬਲ। ਹੁਣ ਕਹਿੰਦੇ ਜੇ ਆਪਾਂ ਨੇ ਸੋਲਟ ਸੋਡੀਅਮ ਨੂੰ ਇਨਟੇਕ ਨੂੰ ਰਿਡਿਊਸ ਕਰਨਾ ਹੋਵੇ ਤਾਂ ਕੀ ਕਰਨਾ ਚਾਹੀਦਾ। ਕਹਿੰਦੇ ਪਿਕ ਦੀ ਫਰੈਸ਼, ਫਰੋਜ਼ਨ ਔਰ ਪੈਕਡ ਵੈਜੀਟੇਬਲਸ ਲੈਣੇ ਚਾਹੀਦੇ ਹੈ ਵਿਦਾਊਟ ਸਾਲਟ। ਯੂਜ਼ ਦੀ ਫਰੈਸ਼ ਪੋਲਟਰੀ ਲੈਣੀ ਚਾਹੀਦੀ ਹੈ, ਫਿਸ਼, ਲੀਨ ਮੀਟਸ। ਠੀਕ ਹੈ। ਇੰਸਟੈਡ ਆਫ ਕਿਓਰਡ ਪ੍ਰੋਸੈਸ ਫੂਡ ਲੈਣਾ। ਠੀਕ ਹੈ, ਜੋ ਇੱਕ ਲੇਅਰ ਚਾੜੀ ਜਾਂਦੀ ਹੈ। ਪ੍ਰੋਸੈਸ ਫੂਡ ਮਤਲਬ ਕਿ ਇੱਕ ਹੁੰਦਾ ਫਰੈਸ਼ ਚੀਜ਼ ਜਿਹਦੇ ਉੱਪਰ ਜਿੰਨੀ ਲੇਅਰ ਚੜਾਉਂਦੇ ਰਹੋਗੇ, ਠੀਕ ਹੈ, ਉਨਾ ਉਹ ਖਰਾਬ ਕਰਦਾ ਜਾਏਗਾ ਸਾਡੇ ਸਰੀਰ ਨੂੰ। ਸਮਝ ਰਹੇ ਹੋ ਨਾ। ਯੂਜ਼ ਦੀ ਹਰਬਸ, spices and salt free flavors in cooking and the table। trying cooking and eating rice and pasta without salt। ठीक है। limiting the consumption of instant flavored or salted rice or pasta। limit the consumption of commercially prepared and packed food ਜਿਵੇਂ ਕਿ ਪੀਜ਼ਾ ਹੋ ਗਿਆ, ਪੈਕਡ ਸੌਪਸ ਹੋ ਗਏ, ਫਾਸਟ ਫੂਡ ਹੋ ਗਏ। ਡਨ। soak rinse salt curd foods। ਠੀਕ ਹੈ। ਡਰਾਈਡ ਫਿਸ਼ ਐਗਜ਼ਾਮਪਲ ਹੋ ਗਈ ਟੂ ਰਿਮੂਵ ਦੀ ਸਮ ਆਫ ਦੀ ਸੋਲਟ। ਠੀਕ ਹੈ। ਉਸ ਤੋਂ ਬਾਅਦ ਰਿਪਲੇਸ ਦੀ ਸੋਲਟ ਵਿਦ ਦੀ ਸਪਾਈਸਿਸ ਟੂ ਮੇਕ ਦੀ ਫੂਡ ਐਡੀਬਲ। ਟੇਕ ਨੋਟ ਆਫ ਨਿਊਟ੍ਰੀਸ਼ਨ ਇਨਫੋਰਮੇਸ਼ਨ ਔਰ ਪੈਕਡ ਫੂਡ ਟੂ ਅਵੋਇਡ ਦੀ ਸੋਲਟੀ ਫੂਡਸ। ਡਨ। ਸੋ ਇਹ ਆਪਾਂ ਨੂੰ ਦੱਸਿਆ ਗਿਆ ਹੈ ਕਿ ਆਪਣੀ ਸੋਲਟ ਦੀ ਮਾਤਰਾ ਨੂੰ ਘਟਾਉਣ ਲਈ ਮਤਲਬ ਕਿ ਕੀ ਧਿਆਨ ਰੱਖਣਾ ਚਾਹੀਦਾ ਹੈ। ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਜੇ ਆਪਾਂ ਉੱਪਰ ਦੇਖੀਏ ਤਾਂ ਆਪਾਂ ਨੂੰ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਕੰਜ਼ਿਊਮ ਲੈਸ ਸੋਲਟ ਕਰਨ ਨਾਲ ਕੀ ਫਾਇਦਾ ਹੁੰਦਾ, ਇਹ ਦੱਸਿਆ ਤੁਹਾਨੂੰ ਮੈਂ ਉੱਪਰ। ਤੁਹਾਨੂੰ ਉਸ ਤੋਂ ਪਹਿਲੇ ਜਨਰਲ ਟਿਪਸ ਦੱਸੇ ਡੈਸ਼ ਦੇ। ਇਹ ਜਿੰਨੀ ਇਨਫੋਰਮੇਸ਼ਨ ਤੁਹਾਨੂੰ ਦੱਸ ਰਿਹਾ ਨਾ, ਇਹ ਐਗਜ਼ਾਮ ਲਈ ਇੰਪੋਰਟੈਂਟ ਹੈ। ਡਨ। ਉਸ ਤੋਂ ਬਾਅਦ ਹੁਣ ਆਪਾਂ ਆਪਣਾ ਨੈਕਸਟ ਟੌਪਿਕ ਦੇਖਦੇ ਹਾਂ। ਮਤਲਬ ਅਗਲਾ ਆਪਣਾ ਟੌਪਿਕ ਹੈ ਕੀਟੋਜੈਨਿਕ ਡਾਈਟ। ਇਸ ਨੂੰ ਆਪਾਂ ਕੀਟੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹੁੰਦਾ ਕੀ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਕੀਟੋਜੈਨਿਕ ਡਾਈਟ ਔਰ ਕੀਟੋ ਫॉर ਸ਼ੋਰਟ ਇਜ਼ ਦ ਲੋ ਕਾਰਬ ਯਾਨੀ ਕਿ ਕਾਰਬੋਹਾਈਡਰੇਟਸ ਐਂਡ ਹਾਈ ਫੈਟ ਡਾਈਟ। ਕਹਿੰਦੇ ਜਿਸ ਵਿੱਚ ਹਾਈ ਫੈਟ ਹੁੰਦਾ ਮਗਰ ਕਾਰਬੋਹਾਈਡਰੇਟਸ ਦੀ ਜਿਹੜੀ ਮਾਤਰਾ ਹੈ ਉਹ ਬਹੁਤ ਘੱਟ ਹੁੰਦੀ ਹੈ। ਇਟ ਇਨਵੋਲਵਸ ਡਰਾਸਟਿਕਲੀ ਰਿਡਿਊਸਿੰਗ ਦੀ ਕਾਰਬੋਹਾਈਡਰੇਟਸ ਇਨਟੇਕ ਐਂਡ ਰਿਪਲੇਸਿੰਗ ਇਟ ਵਿਦ ਫੈਟ। ਦ ਰਿਡਕਸ਼ਨ ਇਨ ਕਾਰਬਸ, ਠੀਕ ਹੈ, ਮਤਲਬ ਕਾਰਬੋਹਾਈਡਰੇਟਸ ਅਕੋਰਡਿੰਗ ਟੂ ਐਕਸਪਰਟਸ ਪੁੱਟ ਦੀ ਬੋਡੀ ਇਨਟੂ ਅ ਮੈਟਾਬੋਲਿਕ ਸਟੇਟ ਕਾਲਡ ketosis। when that happens your body becomes
incredibly efficient at burning fat for energy. It also turns fat into ketones in the liver, which can supply the energy for the brain. So ketogenic diets can cause massive reduction in the blood sugar and insulin levels. The along with the increase the ketones has numerous health benefits. ਜੇ ਆਪਾਂ ਹੁਣ ਸਮਝਣਾ ਚਾਹੀਏ ਕਿ ਕੀਟੋਜੈਨਿਕ ਹੈ ਕੀ ਹੈ, ਜੇ ਡਾਈਟ ਸਮਝਣਾ ਚਾਹੀਏ ਤਾਂ ਉਸਦਾ ਕੀ ਮਤਲਬ ਹੋਇਆ ਕਿ ਇਹ ਇੱਕ ਐਸੀ ਡਾਈਟ ਹੈ ਜਿਹਦੇ ਨਾਲ ਸਾਡੇ ਜਿਹੜੇ ਕਾਰਬੋਹਾਈਡਰੇਟਸ ਦੀ ਮਾਤਰਾ ਹੈ ਘੱਟ ਜਾਂਦੀ ਹੈ, ਲੈਵਲ ਘੱਟ ਜਾਂਦਾ ਹੈ, ਡਨ। ਅਤੇ ਇਹ ਰਿਪਲੇਸ ਕਰਦਾ ਵਿਦ ਫੈਟ ਨਾਲ, ਡਨ। ਇਹਦੇ ਨਾਲ ਹੁੰਦਾ ਕੀ ਹੈ, ਕਹਿੰਦੇ ਜੇ ਆਪਾਂ ਨੇ ਆਪਣੇ ਬੋਡੀ ਨੂੰ ਮੈਟਾਬੋਲਿਕ ਸਟੇਟ ਵਿੱਚ ਲਿਆਉਣਾ ਤਾਂ ਉਸ ਨੂੰ ਲਿਆਉਣ ਵਿੱਚ ਇਹ ਸਹਾਇਕ ਹੁੰਦਾ ਹੈ, ਡਨ। ਤਾਂ ਇਸ ਵਿੱਚ ਫਾਇਦਾ ਕੀ ਹੁੰਦਾ ਹੈ, ਜੇ ਆਪਾਂ ਇਸ ਦਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੀਟੋਜੈਨਿਕ ਡਾਈਟ ਦਾ ਫਾਇਦਾ ਕੀ ਹੁੰਦਾ ਹੈ, ਜੇ ਆਪਾਂ ਸਮਝੀਏ ਤਾਂ ਇਹ ਕੀ ਕਰਦਾ, ਸਾਡੀ ਫੈਟ ਨੂੰ ਬਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਫੋਰ ਐਨਰਜੀ ਲਈ, ਤਾਂ ਕਿ ਐਨਰਜੀ ਪ੍ਰੋਡਿਊਸ ਹੋ ਸਕੇ। ਠੀਕ ਹੈ ਫਰੈਂਡਸ, ਇਹ ਸਾਡੇ ਲੀਵਰ ਲਈ ਵੀ ਬਹੁਤ ਹੈਲਪਫੁਲ ਹੈ ਅਤੇ ਆਪਣੀ ਜਿਹੜੀ ਐਨਰਜੀ ਸਪਲਾਈ ਕਰਦਾ ਬ੍ਰੇਨ ਉਹਦੇ ਲਈ ਵੀ ਬੜਾ ਹੈਲਪਫੁਲ ਹੈ। ਓਕੇ, ਹੁਣ ਉਸ ਤੋਂ ਬਾਅਦ ਕੀਟੋਜੈਨਿਕ ਡਾਈਟ ਜੇ ਆਪਾਂ ਕੀਟੋ ਸਮਝਣਾ ਚਾਹੀਏ, ਕਹਿੰਦੇ ਲੋ ਕਾਰਬ ਐਂਡ ਹਾਈ ਫੈਟ ਮੋਡਰੇਟ ਪ੍ਰੋਟੀਨ diet that involves a drastic reduction in the carbohydrate intake to less than the 50 grams per day and replacing it with the fat and protein। ਕਹਿੰਦੇ ਇਸ ਵਿੱਚ ਆਪਾਂ ਕਾਰਬੋਹਾਈਡਰੇਟਸ ਦੀ ਜਿਹੜੀ ਮਾਤਰਾ 50 ਗ੍ਰਾਮ ਤੋਂ ਘੱਟ ਲੈਂਦੇ ਹਾਂ ਅਤੇ ਉਸ ਦੇ ਬਦਲੇ ਆਪਾਂ ਫੈਟ ਅਤੇ ਪ੍ਰੋਟੀਨ ਜ਼ਿਆਦਾ ਲੈਂਦੇ ਹਾਂ, ਡਨ। ਤਾਂ ਦਾ ਰਿਡਕਸ਼ਨ ਇਨ ਕਾਰਬੋਹਾਈਡਰੇਟਸ ਅਕੋਰਡਿੰਗ ਟੂ ਐਕਸਪਰਟਸ ਪੁੱਟ ਦੀ ਬੋਡੀ ਇਨਟੂ ਮੈਟਾਬੋਲਿਕ ਸਟੇਟ ਕਾਲਡ ਕੀਟੋਸਿਸ। ਅਤੇ ਕਹਿੰਦੇ ਵਰਕ ਕਿਸ ਤਰ੍ਹਾਂ ਕਰਦਾ, ਜੇ ਆਪਾਂ ਸਮਝਣਾ ਚਾਹੀਏ, ਕਹਿੰਦੇ ਕੀਟੋ ਇਜ਼ ਦਾ ਹਾਈ ਫੈਟ ਮੋਡਰੇਟ ਪ੍ਰੋਟੀਨ ਐਂਡ ਅ ਵੈਰੀ low carbohydrate diet with the no more than 50 grams of carbohydrates per day, which is opposed to most recommendation and guideline for the healthy nutrition. So that is because most of the food which is essential nutrition are sources of the carbohydrates. So this include fruits, vegetables, whole grains, milk and leaven. So beside the carbohydrates are the main sources of energy. When no sufficient carbohydrates are available, the body will start to break down fat into ketones. When refined fat will serve the function as the main source of energy from which the heart, the kidney and the rest of the muscles shall derive the energy necessary for their functioning. Beside the ketones will functions as the alternative source of the energy for the brain, which is why the diet is called ketogenic in the first place। ਹੁਣ ਦੇਖੋ ਜੇ ਆਪਾਂ ਸਮਝਣਾ ਚਾਹੀਏ ਇਸ ਚੀਜ਼ ਨੂੰ, ਜਿੰਨਾ ਮੈਂ ਹੁਣ ਪੜ੍ਹਿਆ ਹੈ ਤਾਂ ਮੈਂ ਦੇਖੋ ਤੁਹਾਨੂੰ ਸਿੰਪਲ ਜਿਹੀ ਲੈਂਗੁਏਜ 'ਚ ਸਮਝਾ ਰਿਹਾ ਕਿ ਮੰਨ ਲਓ ਕਿ ਤੁਹਾਨੂੰ ਪਤਾ ਹੈ ਕਿ ਹੈਲਥੀ ਡਾਈਟ ਵਿੱਚ ਫਰੂਟਸ ਵੈਜੀਟੇਬਲਸ ਆਉਂਦੇ ਹੀ ਆਉਂਦੇ, ਪਤਾ ਹੈ ਨਾ ਤੁਹਾਨੂੰ, ਤਾਂ ਉਹਨਾਂ 'ਚ ਕਾਰਬੋਹਾਈਡਰੇਟਸ ਦੀ ਮਾਤਰਾ ਹੁੰਦੀ ਹੀ ਜ਼ਿਆਦਾ ਹੈ। ਅਤੇ ਆਪਾਂ ਜਿਸ ਕੀਟੋਜੈਨਿਕ ਦੀ ਗੱਲ ਕਰ ਰਹੇ ਹਾਂ, ਕੀਟੋਜੈਨਿਕ ਡਾਈਟ ਦੀ ਗੱਲ ਕਰ ਰਹੇ ਹਾਂ, ਉਹ ਇਸ ਨੂੰ ਹਮੇਸ਼ਾ ਅਪੋਜ਼ ਕਰ ਰਹੇ, ਉਹ ਇਹ ਕਹਿ ਰਿਹਾ ਕਿ ਤੁਸੀਂ ਕਾਰਬੋਹਾਈਡਰੇਟਸ ਦੀ ਮਾਤਰਾ ਨੂੰ ਬਿਲਕੁਲ ਘਟਾ ਦਿਓ, ਡਨ। ਤਾਂ ਯਾਨੀ ਕਿ ਜਿਹੜੀ ਹੈਲਥੀ ਡਾਈਟ ਦੀ ਗੱਲ ਕਹੀ ਗਈ ਹੈ ਕਿ ਕਾਫੀ ਐਕਸਪਰਟਸ ਦੁਆਰਾ, ਤਾਂ ਉਹਨਾਂ ਨੂੰ ਤੁਸੀਂ ਖਤਮ ਕਰੋ, ਯਾਨੀ ਕਿ ਉਹਨਾਂ ਨੂੰ ਲੈਣਾ ਬੰਦ ਕਰ ਦਿਓ, ਇਹਨਾਂ ਚੀਜ਼ਾਂ ਨੂੰ ਲੈਣਾ ਬੰਦ ਕਰ ਦਿਓ। ਉਸ ਦੀ ਜਗ੍ਹਾ, ਠੀਕ ਹੈ, ਜਦੋਂ ਤੁਸੀਂ ਇਹਨੂੰ ਲੈਣਾ ਬੰਦ ਕਰੋਗੇ, ਡਨ, ਤਾਂ ਤੁਹਾਡਾ ਜਿਹੜਾ ਫੈਟ ਹੈ, ਡਨ, ਜਿਹੜਾ ਤੁਹਾਡਾ ਫੈਟ ਹੈ ਉਹ ਬ੍ਰੇਕਡਾਊਨ ਹੋ ਜਾਏਗਾ ਇਨਟੂ ਕੀਟੋਨਸ ਵਿੱਚ। ਠੀਕ ਹੈ ਫਰੈਂਡਸ, ਤਾਂ ਜਿਹੜਾ ਤੁਹਾਡਾ ਫੈਟ ਆ ਉਹ ਐਕਚੁਅਲੀ ਸਰਵ ਕਰੇਗਾ ਫੰਕਸ਼ਨ ਹੈਜ਼ ਦਾ ਮੇਨ ਸੋਰਸ ਆਫ ਐਨਰਜੀ, ਉਹ ਐਕਚੁਅਲੀ ਮੇਨ ਸੋਰਸ ਬਣ ਜਾਏਗਾ ਐਨਰਜੀ ਦਾ। ਕਹਿੰਦੇ ਫਰੋਮ ਵਿਚ ਦਾ ਹਾਰਟ, ਦੀ ਕਿਡਨੀ ਐਂਡ ਦਾ ਰੈਸਟ ਆਫ ਦੀ ਮਸਲਸ ਸ਼ੈਲ ਡਰਾਈਵ ਦੀ ਐਨਰਜੀ ਨੈਸੈਸਰੀ ਫੋਰ ਦੇਅਰ ਫੰਕਸ਼ਨ, ਡਨ। ਸੋ ਜੇ ਆਪਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤਾਂ ਆਪਾਂ ਅੱਗੇ ਵੀ ਦੇਖਦੇ ਹਾਂ। ਕਹਿੰਦੇ ਇਹਨਾਂ ਦੇ ਕੁਝ ਟਾਈਪਸ ਵੀ ਹੈ। ਇੱਕ ਹੁੰਦਾ ਸਟੈਂਡਰਡ ਕੀਟੋਜੈਨਿਕ ਡਾਈਟ, ਇਹ ਹੁੰਦੀ ਹੈ ਕਿ ਇਟ ਇਜ਼ ਅ ਵੈਰੀ ਲੋ ਕਾਰਬੋਹਾਈਡਰੇਟਸ, ਹਾਈ ਫੈਟ ਹੁੰਦਾ, ਮੋਡਰੇਟ ਪ੍ਰੋਟੀਨ ਡਾਈਟ ਹੁੰਦੀ ਹੈ। ਡੇਲੀ ਮਾਈਕਰੋ ਨਿਊਟਰੀਐਂਟ ਰੇਸ਼ੋ ਜਿਸ ਵਿੱਚ 70% ਫੈਟ ਹੋਏਗਾ, 20% ਪ੍ਰੋਟੀਨ ਹੋਏਗਾ, 10% ਕਾਰਬੋਹਾਈਡਰੇਟਸ ਹੋਏਗਾ। ਇੱਕ ਟਾਈਪ ਹੋ ਗਈ ਜਿਸ ਨੂੰ ਆਪਾਂ ਕਹਿੰਦੇ ਹਾਂ ਸਟੈਂਡਰਡ ਕੀਟੋਜੈਨਿਕ ਡਾਈਟ। ਉਸ ਤੋਂ ਬਾਅਦ ਸਾਈਕਲਿਕਲ ਕੀਟੋ ਡਾਈਟ ਦੀ ਗੱਲ ਕਰੀਏ ਤਾਂ ਡਾਈਟ ਇਨਵੋਲਵਸ ਇਨਕਰੀਜ਼ਿੰਗ ਦੀ ਕਾਰਬੋਹਾਈਡਰੇਟਸ ਐਟ ਸਰਟੇਨ ਟਾਈਮਸ। ਫੋਰ ਐਗਜ਼ਾਮਪਲ ਵਨ ਕੈਨ ਫੋਲੋ ਦ ਕੀਟੋ ਫॉर 5 days and then enjoy more balanced diet with the higher carbohydrate intake for 2 days। ਯਾਨੀ ਕਿ ਆਪਾਂ ਬੈਲੈਂਸ ਕੀਤਾ ਜਾ ਸਕਦਾ ਹੈ ਕਿ ਇਸ ਵਿੱਚ ਆਪਾਂ ਕਾਰਬੋਹਾਈਡਰੇਟਸ ਕੁਛ ਦਿਨਾਂ ਲਈ ਲੈ ਵੀ ਸਕਦੇ ਹਾਂ, ਦੈਨ ਕੁਛ ਤਰੀਕੇ ਨਾਲ ਆਪਾਂ ਸਾਈਕਲਿਕਲ ਚਲਾ ਸਕਦੇ ਹਾਂ ਪੂਰੇ ਚੱਕਰ ਨੂੰ, ਕੀਟੋ ਡਾਈਟ ਨੂੰ, ਦੈਨ ਜਿਸ ਵਿੱਚ ਆਪਾਂ ਕਾਰਬੋਹਾਈਡਰੇਟਸ ਦੀ ਮਾਤਰਾ ਨੂੰ ਵੀ ਲੈ ਸਕਦੇ ਹਾਂ। ਉਸ ਤੋਂ ਬਾਅਦ ਕਹਿੰਦੇ ਟਾਰਗੇਟਿਡ ਕੀਟੋ ਡਾਈਟ ਦਾ, ਕਹਿੰਦੇ ਟਾਰਗੇਟਿਡ ਕੀਟੋ ਡਾਈਟ ਅਲਾਉ ਦੀ ਇਨਕਰੀਜ਼ਿੰਗ ਦੀ ਕਾਰਬੋਹਾਈਡਰੇਟ ਇਨਟੇਕ ਐਟ ਟਾਈਮਸ ਆਫ ਦੀ ਵਿਗਰਸ ਫਿਜ਼ੀਕਲ ਐਕਟੀਵਿਟੀ। ਤਾਂ ਉਸ ਵਕਤ ਜਦੋਂ, ਯਾਨੀ ਕਿ ਜਦੋਂ ਤੁਹਾਡੀ ਫਿਜ਼ੀਕਲ ਐਕਟੀਵਿਟੀ ਨੂੰ ਬਹੁਤ ਜ਼ਿਆਦਾ ਲੋਡ ਹੈ, ਡਨ, ਤਾਂ ਉਸ ਵਕਤ ਤੁਸੀਂ ਕਾਰਬੋਹਾਈਡਰੇਟ ਜ਼ਿਆਦਾ ਲੈ ਸਕਦੇ ਹੋ। ਹਾਈ ਪ੍ਰੋਟੀਨ ਕੀਟੋ ਡਾਈਟ, ਕਹਿੰਦੇ ਇਸ ਵਿੱਚ ਕੀ ਹੈ, ਇਨਕਰੀਜ਼ ਦੀ ਪ੍ਰੋਟੀਨ ਇਨਟੇਕ ਐਂਡ ਐਡਜਸਟਿੰਗ ਦੀ ਮਾਈਕਰੋ ਨਿਊਟਰੀਐਂਟ ਰੇਸ਼ੋ ਟੂ 35% ਪ੍ਰੋਟੀਨ, 60% ਫੈਟ, 5% ਕਾਰਬੋਹਾਈਡਰੇਟ, ਡਨ। ਸੋ ਇਹ ਆਪਣੇ ਹੋ ਗਏ ਟਾਈਪਸ ਕੀਟੋਜੈਨਿਕ ਡਾਈਟ ਦੇ, ਡਨ। ਹੁਣ ਆਪਾਂ ਦੇਖਦੇ ਹਾਂ
ਜੇ ਆਪਾਂ ਅੱਗੇ ਐਡਵਾਂਟੇजेस ਤੇ ਡਿਸਐਡਵਾਂਟੇजेस ਦੇਖੇ ਕੀਟੋਜੈਨਿਕ ਡਾਈਟ ਦੇ ਤਾਂ ਐਡਵਾਂਟੇजेस ਕੀ ਨਿਕਲ ਕੇ ਆਉਂਦੇ ਨੇ। ਕਹਿੰਦੇ ਇਹ ਜਿਹੜੀ ਐਸੀ ਕੀਟੋਜੈਨਿਕ ਡਾਈਟ ਹੈ ਉਹ 1924 ਚ ਸਟਾਰਟ ਹੋ ਗਈ ਸੀ। ਠੀਕ ਹੈ ਫਰੈਂਡਸ, ਕਿਸ ਬਿਮਾਰੀ ਲਈ? ਐਪੀਲੈਪਸੀ ਦੀ ਬਿਮਾਰੀ ਲਈ। ਡਨ। ਤਾਂ ਇਸ ਵਿੱਚ ਫਾਇਦਾ ਕੀ ਹੁੰਦਾ ਹੈ? ਇਸ ਵਿੱਚ ਜਲਦੀ weight loss ਹੁੰਦਾ ਹੈ। ਡਾਇਬਟੀਜ਼ 2 ਦੀ ਜਿਹੜੀ ਟਾਈਪ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸੋ ਹੈਮੋਗਲੋਬਿਨ ਦੇ ਕੁਝ ਇੱਕ ਟਾਈਪ ਨੂੰ ਲੋ ਲੈਵਲ ਨੂੰ ਲੋ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਰਿਡਿਊਸ ਕੀਤਾ ਜਾ ਸਕਦਾ ਡੋਜ਼ ਆਫ ਸ਼ੂਗਰ ਲੋਵਰਿੰਗ ਮੈਡੀਕੇਸ਼ਨਸ। ਡਨ। ਉਸ ਤੋਂ ਬਾਅਦ ਕਹਿੰਦੇ ਅਕੋਰਡਿੰਗ ਟੂ ਦ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਇਨ ਦ several comparative studies have compared between the level of the glycated hemoglobin in the individual on a low carbohydrate, example keto, and individual following a high carb diet. The finding of those studies showed that the level of the glycated hemoglobin is lower in the low carbohydrates group than the high carbohydrates over the span of the 3 to 6 months only, and is more or less the same over the longer periods of time, 1 year or more. ਕਹਿੰਦੇ ਦੇਖਿਆ ਗਿਆ ਕਹਿੰਦੇ ਜਿਹੜੇ ਹਾਈ ਕਾਰਬੋਹਾਈਡਰੇਟਸ ਲੈਂਦੇ ਨੇ ਜੋ ਇਸ ਚੀਜ਼ ਦਾ ਜ਼ਿਆਦਾ ਵਰਤੋਂ ਕਰਦੇ ਨੇ ਅਤੇ ਜਿਹੜੇ ਘੱਟ ਲੈਂਦੇ ਨੇ, ਤਾਂ ਇਹਨਾਂ ਦੋਨਾਂ 'ਚ ਜੇ ਆਪਾਂ ਕੰਪੇਅਰ ਕਰੀਏ ਤਾਂ ਇਹ ਦੇਖਿਆ ਗਿਆ ਹੈ ਕਿ ਜਿਹੜਾ ਲੋ ਗਲਾਈਕੇਟਿਡ ਹੈਮੋਗਲੋਬਿਨ ਹੈ ਉਹ ਜਿਹੜਾ ਕੀਟੋ ਡਾਈਟ ਵਿੱਚ ਜ਼ਿਆਦਾ ਸਹੀ ਪਾਇਆ ਜਾਂਦਾ ਹੈ, ਯਾਨੀ ਕਿ ਉਸ ਵਿੱਚ ਜ਼ਿਆਦਾ ਸਹੀ ਬੈਲੈਂਸਡ ਹੁੰਦਾ ਹੈ। ਡਨ। ਉਸ ਤੋਂ ਬਾਅਦ ਕਹਿੰਦੇ ਅਨਦਰ ਸਟੱਡੀ ਕੰਪੇਅਰ ਕੀਤੀ ਗਈ ਹੈ ਦ ਲੈਵਲ ਆਫ ਦੀ ਗਲਾਈਕੇਟਿਡ ਹੈਮੋਗਲੋਬਿਨ ਇਨ ਇੰਡੀਵਿਜੂਅਲ ਔਨ ਲੋ ਕਾਰਬੋਹਾਈਡਰੇਟ मतलब carbohydrates. Done. And the individual following a low fight over the span of the 6 months, the findings showed that the level of the glycated hemoglobin in the low carbohydrate group is lower than the low fat group. ठीक है फ्रेंड्स। ਹੁਣ ਕੁਝ ਡਿਸਐਡਵਾਂਟੇਜ ਵੀ ਹੈ। ਕਹਿੰਦੇ ਕੀਟੋ ਇਜ਼ ਨੋਟ ਰਿਕਮੈਂਡਡ ਫॉर ਦ ਇੰਡੀਵਿਜੂਅਲਸ ਵਿਦ ਦ ਐਨੀ ਆਫ ਦ ਫੋਲੋਇੰਗ ਮੈਡੀਕਲ ਕੰਡੀਸ਼ਨਸ। ਕਹਿੰਦੇ ਜਿਨ੍ਹਾਂ ਦੀ ਇਹ ਮੈਡੀਕਲ ਕੰਡੀਸ਼ਨਸ ਹੈ ਤਾਂ ਉਹਨਾਂ ਲਈ ਕੀਟੋ ਡਾਈਟ ਬਿਲਕੁਲ ਮਤਲਬ ਕਿ ਸਹਾਇਕ ਨਹੀਂ ਹੈ। ਤਾਂ ਲੀਵਰ ਡਿਜ਼ੀਜ਼ ਹੋ ਗਏ, ਥਾਇਰਾਇਡ ਡਿਸਆਰਡਰਸ ਹੋ ਗਏ, ਉਸ ਤੋਂ ਇਲਾਵਾ ਈਟਿੰਗ ਡਿਸਆਰਡਰਸ ਹੋ ਗਏ। ਠੀਕ ਹੈ, ਹਿਸਟਰੀ ਆਫ ਈਟਿੰਗ ਡਿਸਆਰਡਰ ਹੋ ਗਿਆ। ਦੈਨ ਉਸ ਤੋਂ ਕਰੋਨਿਕ ਕਿਡਨੀ ਡਿਸੀਜ਼ਸ ਹੋ ਗਏ, ਪ੍ਰੈਗਨੈਂਸੀ ਹੋ ਗਈ। ਠੀਕ ਹੈ, ਤਾਂ ਬਿਸਾਈਡ ਨੇ ਦੇਅਰ ਆਰ ਦੀ ਸ਼ੋਰਟ ਟਰਮ ਲੌਂਗ ਟਰਮ ਹੈਲਥ ਰਿਸਕਸ ਐਸੋਸੀਏਟਡ ਵਿਦ ਦੀ ਕੀਟੋਜੈਨਿਕ ਡਾਈਟ। ਤਾਂ ਸ਼ੋਰਟ ਟਰਮ ਹੈਲਥ ਰਿਸਕਸ ਐਸੋਸੀਏਟਡ ਵਿਦ ਦੀ ਕੀਟੋ ਇਨਕਲੂਡ ਦੀ ਫਲੂ ਲਾਈਕ ਸਿੰਪਟਮਸ ਹੋ ਜਾਣਾ, ਜਿਸ ਤੋਂ ਗੈਸਟ੍ਰਿਕ ਡਿਸਆਰਡਰ ਹੋ ਜਾਂਦੇ ਨੇ, ਹੈਡੇਕ ਫਟੀਕ ਹੋ ਜਾਂਦਾ ਹੈ, ਡਿਜ਼ੀਨੈਸ ਹੋ ਜਾਂਦੀ ਹੈ। ਦੈਨ ਸੋ ਇਸ ਤਰ੍ਹਾਂ ਦਾ ਕੁਝ ਫਲੂ ਹੋ ਜਾਂਦਾ, ਬਿਮਾਰੀਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਕਿਉਂਕਿ ਇਸ ਵਿੱਚ ਆਪਾਂ ਕਾਰਬੋਹਾਈਡਰੇਟਸ ਦੀ ਮਾਤਰਾ ਹੀ ਬਹੁਤ ਘੱਟ ਲੈ ਰਹੇ ਹਾਂ ਨਾ। ਦੈਨ ਜਦੋਂ ਆਪਾਂ ਵੈਜੀਟੇਬਲਸ ਨੂੰ, ਫਰੂਟਸ ਨੂੰ ਘਟਾ ਦਿੰਦੇ ਹਾਂ, ਹੋਲ ਗ੍ਰੇਨਸ ਰਿਚ ਨੂੰ ਆਪਾਂ ਫਾਈਬਰ ਇਨਕਰੀਜ਼ ਦੀ ਰਿਸਕ ਆਫ ਦੀ ਕੌਨਸਟੀਪੇਸ਼ਨ ਦੀ ਮਾਤਰਾ ਵੱਧ ਜਾਂਦੀ ਹੈ। Sometimes a person on keto will have to take the fiber supplements after consulting with the healthcare professional. The keto diet may also be diuretic and lower the level of the glucose in the blood. ਯਾਨੀ ਕਿ ਇਹ ਇੰਨਾ ਕਈ ਵਾਰੀ ਖਤਰਾ ਪੈਦਾ ਕਰ ਦਿੰਦਾ ਹੈ ਕਿ ਜੋ ਸਾਡੇ ਬਲੱਡ ਵਿੱਚ ਗਲੂਕੋਸ ਹੁੰਦਾ ਉਸ ਦੀ ਮਾਤਰਾ ਨੂੰ ਵੀ ਘਟਾ ਦਿੰਦਾ। ਸੋ therefore it is essential to consult a ਨਿਊਟ੍ਰੀਸ਼ਨਿਸਟ ਬਿਫੋਰ ਦਾ ਫੋਲੋਇੰਗ ਦੀ ਕੀਟੋ ਡਾਈਟ। ਕਹਿੰਦੇ ਹਮੇਸ਼ਾ ਦੇਖਿਆ ਗਿਆ ਕਿ ਜੇ ਮੈਂ ਤੁਹਾਨੂੰ ਚੀਜ਼ ਦੱਸ ਰਿਹਾ ਕੀਟੋ ਡਾਈਟ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਸਿੱਧਾ ਇਸ ਨੂੰ ਫੋਲੋ ਕਰ ਲਓ। ਕਿਸੇ ਨਾ ਕਿਸੇ ਨਿਊਟ੍ਰੀਸ਼ਨਿਸਟ ਨੂੰ ਮਿਲੋ ਜਾ ਕੇ, ਉਸ ਨੂੰ ਆਪਣੀ ਰਿਪੋਰਟਸ ਦਿਖਾਓ, ਤਾਂ ਉਹ ਜੇ ਉਹਨਾਂ ਨੂੰ ਤੁਹਾਨੂੰ ਰਿਕਮੈਂਡ ਕਰੇ ਤਾਂ ਹੀ ਤੁਸੀਂ ਇਸ ਨੂੰ ਫੋਲੋ ਕਰੋ। ਟੂ ਅਵੋਇਡ ਦੀ ਡੀਹਾਈਡਰੇਸ਼ਨ ਐਂਡ ਰਿਡਿਊਸ ਦੀ ਡੋਜ਼ ਆਫ ਇਨਸੂਲਿਨ ਐਂਡ ਦ ਅਦਰ ਡਾਇਬਟੀਜ਼ ਮੈਡੀਸਨਸ ਐਂਡ ਹੈਂਸ ਟੂ ਅਵੋਇਡ ਦੀ ਲੋ ਬਲੱਡ ਸ਼ੂਗਰ। So the longer term risk associated with the keto on other hand include the risk of the kidney stones, liver diseases and deficiency of vitamins and minerals. So example folate, ਵਿਟਾਮਿਨ A, ਵਿਟਾਮਿਨ K, ਵਿਟਾਮਿਨ H ਇਸ ਦੀ ਡੈਫੀਸ਼ੈਂਸੀ ਹੋ ਸਕਦੀ ਹੈ। ਤਾਂ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਵੀ ਧਿਆਨ ਰੱਖਣਾ ਪੈਂਦਾ। ਸੋ ਜੇ ਆਪਾਂ ਫਾਈਨਲ ਕਨਕਲੂਜਨ ਦੇਖੀਏ ਤਾਂ ਇਹ ਦੇਖਿਆ ਗਿਆ ਕਹਿੰਦੇ ਅ ਬੈਲੈਂਸ ਆਫ ਆਲ ਨਿਊਟ੍ਰੀਐਂਟਸ should be stricken and with the appropriate proportions or too little intake of any nutrients can be harmful. ਕਹਿੰਦੇ ਦੇਖਿਆ ਗਿਆ ਕਿ ਬੈਲੈਂਸ ਨਿਊਟ੍ਰੀਐਂਟਸ ਹੋਣੇ ਜ਼ਰੂਰੀ ਹੈ। ਜੇ ਕਿਸੇ ਚੀਜ਼ ਦਾ ਆਪਾਂ ਘੱਟ ਇਸਤੇਮਾਲ ਕਰਦੇ ਹਾਂ ਤਾਂ ਉਹ ਸਾਡੇ ਸਰੀਰ ਨੂੰ ਹਾਰਮਫੁਲ ਹੋ ਸਕਦਾ। ਸੋ ਆਲ ਨਿਊਟ੍ਰੀਐਂਟਸ ਸ਼ੁੱਡ ਬੀ ਟੇਕਨ ਇਨ ਅਮਾਊਂਟਸ ਦੈਟ ਆਰ ਹੈਲਥੀ ਐਂਡ ਯੂਸਫੁਲ। ਦ ਰਿਸਰਚ ਰਿਕਮੈਂਡਡ ਦ ਕੀਟੋ ਡਾਈਟ ਫॉर ਟ੍ਰੀਟਿੰਗ ਐਪੀਲੈਪਸੀ ਅੰਡਰ ਮੈਡੀਕਲ ਸੁਪਰਵਿਜ਼ਨ। ਕਹਿੰਦੇ ਇਹ ਜਿਹੜੀ ਕੀਟੋ ਡਾਈਟ ਹੈ ਜ਼ਿਆਦਾਤਰ ਬਿਮਾਰੀ ਐਪੀਲੈਪਸੀ ਲਈ ਹੈ ਅਤੇ ਇਹ ਵੀ ਮੈਡੀਕਲ ਸੁਪਰਵਿਜ਼ਨ ਦੇ ਅੰਡਰ ਹੀ ਚੱਲਦਾ ਹੈ। ਅਤੇ ਇਸ ਨੂੰ ਤੁਸੀਂ ਨੋਰਮਲ ਕੋਈ ਵੀ ਬੰਦਾ ਇਸਤੇਮਾਲ ਨਾ ਕਰਿਆ ਸੀ ਡਾਈਟ ਨੂੰ। ਡਨ। So it is a very complicated treatment. So as for the treating obesity, losing weight, among other health benefits, keto remains under study. ਹਾਲੇ ਵੀ ਕੀਟੋ ਡਾਈਟ ਸਟੱਡੀ ਉਹਦੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਵਿੱਚ ਕਾਫੀ ਕੰਪਲੀਕੇਸ਼ਨ ਤੁਹਾਨੂੰ ਦੱਸਿਆ ਹੀ ਹੈ ਕਿ ਡਿਸਐਡਵਾਂਟੇਜ ਦੱਸੇ ਹੈ, ਜਿਸ ਕਰਕੇ ਇਸ ਦੀ ਹਾਲੇ ਵੀ ਸਟੱਡੀ ਹੁੰਦੀ ਜਾ ਰਹੀ ਹੈ। ਕਹਿੰਦੇ ਫॉर long term diets moderation should be maintained. However, the studies have shown the keto diet may be useful for achieving the fast benefits such as short term weight loss on the long run through ਠੀਕ ਹੈ ਕੀਟੋ ਮੇ ਇਨਕਰੀਜ਼ ਦੀ ਰਿਸਕ ਆਫ ਡਿਜ਼ੀਜ਼ ਔਰ ਡੈਥ। ਕਈ ਵਾਰੀ ਕੀ ਹੁੰਦਾ ਕਿ ਕੀਟੋ ਡਾਈਟ ਤੁਹਾਡੇ ਮਤਲਬ ਕਿ ਬੰਦਾ ਮਰ ਵੀ ਸਕਦਾ, ਬਿਮਾਰੀਆਂ ਵੱਧ ਵੀ ਸਕਦੀਆਂ।
For the useful and convenient diet, consult with the nutritionist who will design a program that is appropriate for your body and health. So ਇਸ ਕਰਕੇ ਤੁਸੀਂ ਨਿਊਟ੍ਰੀਸ਼ਨਿਸਟ ਨੂੰ ਜ਼ਰੂਰ ਮਿਲੋ, ਉਹੀ ਤੁਹਾਡੀ ਮਤਲਬ ਇੱਕ ਪ੍ਰੋਗਰਾਮ ਤੈਅ ਕਰੇਗਾ ਤੁਹਾਡੀ ਬੋਡੀ ਅਤੇ ਤੁਹਾਡੀ ਹੈਲਥ ਨੂੰ ਦੇਖਦੇ ਹੋਇਆ, ਕਿ ਤੁਹਾਡੀ ਰਿਪੋਰਟਸ ਦੇਖੇਗਾ, ਫਿਰ ਉਹ ਦੇਖੇਗਾ ਕਿ ਤੁਹਾਨੂੰ ਕੀਟੋ ਡਾਈਟ ਚਾਹੀਦੀ ਹੈ ਜਾਂ ਦੂਜੀ ਡਾਈਟ ਚਾਹੀਦੀ ਹੈ। ਇੱਕ ਬੈਲੈਂਸ ਡਾਈਟ ਹੁੰਦੀ ਹੈ। ਡਨ। ਸੋ ਥੈਂਕ ਯੂ ਵੈਰੀ ਮਚ। ਹੁਣ ਆਪਾਂ ਕੱਲ੍ਹ ਮਿਲਾਂਗੇ। ਸੋ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅਤੇ ਮੈਂ ਤੁਹਾਨੂੰ ਦੱਸ ਦਵਾਂ, ਇੱਦਾਂ ਮੇਰਾ ਜਿਹੜਾ ਲੈਕਚਰ ਹੈ ਟਾਈਮਿੰਗ ਹੈ ਉਹ 11 ਵਜੇ ਹੈ, ਸਵੇਰੇ 11 ਵਜੇ ਲੈਕਚਰ ਆ ਜਾਇਆ ਕਰੇਗਾ। ਡਨ। ਡੇਲੀ ਆਇਆ ਕਰੇਗਾ। ਡਨ। ਅਤੇ ਮੰਡੇ ਟੂ ਫਰਾਈਡੇ ਆਏਗਾ, ਮੰਡੇ ਟੂ ਫਰਾਈਡੇ। ਡਨ। ਸੋ ਬਾਕੀ ਜੇ ਤੁਹਾਨੂੰ ਕਿੱਥੇ ਕੋਈ ਪ੍ਰੋਬਲਮ ਲੱਗਦੀ ਮੈਨੂੰ ਜ਼ਰੂਰ ਪੁੱਛਣਾ, 100% ਮੈਂ ਰਿਪਲਾਈ ਕਰਾਂਗਾ। ਹਮੇਸ਼ਾ ਆਪਣਾ ਕਮੈਂਟ ਵਿੱਚ ਆਪਣਾ ਕੰਟਰੀਬਿਊਸ਼ਨ ਜ਼ਰੂਰ ਦਿਆ ਕਰੋ। ਮੈਨੂੰ